ਮੇਰੇ ਘਰ ਦੇ ਹਾਲਾਤ ਬਹੁਤ ਜ਼ਿਆਦਾ ਬੁਰੇ ਸਨ। ਮੈਨੂੰ ਉਹ ਆਦਮੀ ਨਾਲ ਕੰਮ ਕਰਦੇ 2 ਸਾਲ ਹੋ ਚੁੱਕੇ ਸਨ। ਸਭ ਕਹਿੰਦੇ ਸੀ ਕਿ ਤੂੰ ਇਹ ਕੰਮ ਛੱਡ ਦੇ, ਪਰ ਮੈਂ ਬਹੁਤ ਜ਼ਿਆਦਾ ਮਜਬੂਰ ਸੀ। ਮੈਨੂੰ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਦਾ ਪਤਾ ਲੱਗ ਚੁੱਕਿਆ ਸੀ ਜੋ ਕਿ ਉੱਥੇ ਨਹੀਂ ਹੋਣੀਆਂ ਚਾਹੀਦੀਆਂ ਸੀ, ਪਰ ਮੈਂ ਫਿਰ ਵੀ ਆਪਣੀ ਜ਼ੁਬਾਨ ਬੰਦ ਰੱਖਦੀ ਸੀ। ਮੈਂ ਸੋਚਦੀ ਸੀ ਕਿ ਜੇਕਰ ਮੇਰੇ ਕਰਮਾਂ ਦੇ ਵਿੱਚ ਇਹ ਲਿਖਿਆ ਤਾਂ ਮੈਨੂੰ ਇਹ ਕੰਮ ਨਹੀਂ ਛੱਡਣਾ ਚਾਹੀਦਾ। ਪਰ ਫਿਰ ਇੱਕ ਦਿਨ ਕੁਝ ਅਜਿਹਾ ਹੋਇਆ ਜਿਸ ਨੂੰ ਵੇਖ ਕੇ ਮੈਂ ਹੈਰਾਨ ਰਹਿ ਗਈ। ਮੁਸੀਬਤਾਂ ਮੇਰੇ ਘਰ ਤੱਕ ਪਹੁੰਚ ਚੁੱਕੀਆਂ ਸੀ। ਅੱਜ ਦੂਜਾ ਦਿਨ ਸੀ। ਮੇਰੀ ਭੈਣ ਉਸ ਦੇ ਕੋਲ ਸੀ, ਪਰ ਮੈਂ ਬੇਵਸੀ ਨਾਲ ਕੁਝ ਵੀ ਨਹੀਂ ਕਰ ਸਕਦੀ ਸੀ। ਮੈਨੂੰ ਪਤਾ ਚੱਲ ਚੁੱਕਿਆ ਸੀ ਜ਼ਰੂਰ ਕੁਝ ਗਲਤ ਹੋਣ ਵਾਲਾ ਹੈ, ਤੇ ਫਿਰ ਮੈਂ ਆਪਣੀ ਅੱਖਾਂ ਨਾਲ ਕੁਝ ਅਜਿਹਾ ਦੇਖਿਆ ਜਿਸ ਨੂੰ ਦੇਖ ਕੇ ਮੇਰੇ ਰੋਂਗਟੇ ਖੜੇ ਹੋ ਗਏ। ਮੇਰਾ ਨਾਮ ਮੀਨਾ ਹੈ। ਅਸੀਂ 2 ਭੈਣਾਂ ਹਾਂ। ਸਾਡੀ ਜ਼ਿੰਦਗੀ ਵਿੱਚ ਸਭ ਕੁਝ ਵਧੀਆ ਚੱਲ ਰਿਹਾ ਸੀ, ਪਰ ਉਦੋਂ ਤੱਕ ਹੀ ਜਦੋਂ ਤੱਕ ਮੇਰੇ ਪਿਤਾ ਜਿਉਂਦੇ ਸਨ। ਮੇਰੇ ਪਿਤਾ ਵੀ ਸਾਡੇ ਤੋਂ ਬਹੁਤ ਜ਼ਿਆਦਾ ਖੁਸ਼ ਸਨ। ਉਹਨਾਂ ਨੂੰ ਬੇਟੇ ਦੀ ਕੋਈ ਵੀ ਚਾਹ ਨਹੀਂ ਸੀ। ਕਹਿੰਦੇ ਸਨ ਕਿ ਮੇਰੀਆਂ ਬੇਟੀਆਂ ਹੀ ਮੇਰੇ ਲਈ ਸਭ ਕੁਝ ਹਨ। ਉਹਨਾਂ ਦੇ ਸਿਰ ਤੇ ਅਸੀਂ ਵੱਡੀਆਂ ਹੋ ਕੇ ਵੀ ਆਪਣਾ ਬਚਪਨ ਬੱਚਿਆਂ ਵਾਂਗ ਗੁਜ਼ਾਰ ਰਹੀਆਂ ਸੀ। ਇਸ ਗੱਲ ਦਾ ਤਾਂ ਤੁਹਾਨੂੰ ਵੀ ਪਤਾ ਹੈ ਕਿ ਮਾਤਾ ਪਿਤਾ ਦੇ ਸਿਰ ਤੇ ਬੱਚਿਆਂ ਨੂੰ ਕੋਈ ਵੀ ਫਿਕਰ ਨਹੀਂ ਹੁੰਦਾ। ਸਾਡਾ ਹਾਲ ਵੀ ਕੁਝ ਅਜਿਹਾ ਹੀ ਸੀ। ਫਿਰ ਇੱਕ ਦਿਨ ਅਜਿਹਾ ਆਇਆ ਜਦੋਂ ਸਾਡੇ ਪਿਤਾ ਜੀ ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਘਰ ਵਿੱਚ ਅਸੀਂ ਤਿੰਨੇ ਔਰਤਾਂ ਹੀ ਰਹਿ ਗਈਆਂ, ਮੈਂ, ਮੇਰੀ ਮਾਂ ਤੇ ਮੇਰੀ ਛੋਟੀ ਭੈਣ। ਮੈਂ ਬਹੁਤ ਜ਼ਿਆਦਾ ਪੜ੍ਹੀ ਲਿਖੀ ਸੀ। ਮੇਰੀ ਭੈਣ ਤਾਂ ਅਜੇ ਮੈਟ੍ਰਿਕ ਹੀ ਕਰ ਰਹੀ ਸੀ। ਮੈਨੂੰ ਪਤਾ ਸੀ ਕਿ ਹੁਣ ਘਰ ਦੀ ਸਾਰੀ ਜ਼ਿੰਮੇਵਾਰੀ ਮੇਰੇ ਤੇ ਆਉਣ ਵਾਲੀ ਹੈ। ਵੈਸੇ ਮੇਰੇ ਪਿਤਾ ਜੀ ਆਪਣੇ ਦੋਸਤ ਦੇ ਮੁੰਡੇ ਨਾਲ ਮੇਰਾ ਰਿਸ਼ਤਾ ਪੱਕਾ ਕਰ ਗਏ ਸਨ, ਪਰ ਹੁਣ ਮੈਨੂੰ ਇੱਕ ਅਜਿਹਾ ਕੰਮ ਚਾਹੀਦਾ ਸੀ ਜਿਸ ਨਾਲ ਘਰ ਵਿੱਚ ਪੈਸਾ ਆਵੇ। ਇੱਕ ਦਿਨ ਮੈਂ ਆਪਣੀ ਸਹੇਲੀ ਨੂੰ ਮਿਲੀ। ਉਸਨੇ ਮੈਨੂੰ ਇਹ ਕੰਮ ਦੀ ਦੱਸ ਪਾਈ ਤੇ ਕਹਿਣ ਲੱਗੀ ਕਿ ਦੇਖ ਲੈ, ਜੇ ਕਰ ਲਵੇਂਗੀ ਤਾਂ। ਘਰ ਦੇ ਹਾਲਾਤ ਇਸ ਕਦਰ ਵਿਗੜ ਚੁੱਕੇ ਸਨ ਕਿ ਮੈਂ ਕੋਈ ਵੀ ਕੰਮ ਕਰਨ ਲਈ ਤਿਆਰ ਸੀ, ਤੇ ਇਸ ਬਾਰੇ ਮੈਂ ਆਪਣੇ ਘਰ ਵੀ ਨਹੀਂ ਦੱਸਿਆ ਸੀ। ਮੇਰੀ ਸਹੇਲੀ ਨੇ ਮੈਨੂੰ ਉਸ ਆਦਮੀ ਨਾਲ ਮਿਲਵਾਇਆ ਤੇ ਉਸ ਆਦਮੀ ਨੇ ਮੈਨੂੰ ਦੇਖਦਿਆਂ ਹੀ ਕੰਮ ਤੇ ਰੱਖ ਲਿਆ। ਹੁਣ ਮੈਂ ਹਰ ਰੋਜ਼ ਕੰਮ ਤੇ ਜਾਣ ਲੱਗੀ। ਸਾਡੇ ਮੁਹੱਲੇ ਦੇ ਲੋਕ ਮੇਰੇ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਲੱਗੇ, ਪਰ ਸਾਨੂੰ ਪੈਸੇ ਦੀ ਬਹੁਤ ਜ਼ਿਆਦਾ ਲੋੜ ਸੀ, ਇਸ ਲਈ ਮੈਂ ਇਹ ਕੰਮ ਬਾਰੇ ਘਰਦਿਆਂ ਨਾਲ ਕੋਈ ਜ਼ਿਕਰ ਨਹੀਂ ਕੀਤਾ ਸੀ। ਮੇਰੀ ਤਨਖਾਹ ਵੀ ਚੰਗੀ ਸੀ। ਮੇਰੀ ਮਾਂ ਕਹਿਣ ਲੱਗੀ ਕਿ ਅਜਿਹਾ ਤੂੰ ਕੀ ਕਰਦੀ ਹੈ ਜੋ ਤੈਨੂੰ ਇੰਨੀ ਜਲਦੀ ਇੰਨੀ ਤਨਖਾਹ ਮਿਲਣ ਲੱਗ ਪਈ। ਉਸ ਦੀ ਇਹ ਗੱਲ ਸੁਣਦਿਆਂ ਹੀ ਮੈਂ ਚੁੱਪ ਹੋ ਜਾਂਦੀ। ਇੱਕ ਦਿਨ ਮੈਂ ਆਪਣੇ ਕੰਮ ਤੋਂ ਘਰ ਆਈ ਤਾਂ ਮੇਰੇ ਕੱਪੜਿਆਂ ਨੂੰ ਬਹੁਤ ਜ਼ਿਆਦਾ ਖੂਨ ਲੱਗਿਆ ਹੋਇਆ ਸੀ। ਮੇਰੀ ਮਾਂ ਇਹ ਸਭ ਦੇਖ ਕੇ ਘਬਰਾ ਗਈ। ਉਹ ਮੇਰੇ ਕੋਲ ਆਈ। ਮੇਰੀ ਮਾਂ ਉਹ ਖੂਨ ਦੇ ਲੱਗੇ ਦਾਗ ਦੇਖ ਕੇ ਬਹੁਤ ਜ਼ਿਆਦਾ ਦੁਖੀ ਸੀ। ਉਸ ਦੇ ਮਨ ਵਿੱਚ ਇਸ ਬਾਰੇ ਬਹੁਤ ਜ਼ਿਆਦਾ ਭੈੜੇ ਖਿਆਲ ਆ ਰਹੇ ਸੀ। ਮੈਂ ਤਾਂ ਆਪਣੀ ਜ਼ੁਬਾਨ ਉੱਤੇ ਤਾਲਾ ਹੀ ਲਗਾ ਲਿਆ ਸੀ। ਮੈਂ ਹਰ ਰੋਜ਼ ਕੰਮ ਤੋਂ ਆਉਂਦੀ ਤਾਂ ਮੈਨੂੰ ਆਪਣੀ ਮਾਂ ਦੇ ਬਹੁਤ ਸਾਰੇ ਤਾਨੇ ਮਿਹਣੇ ਸੁਣਨ ਨੂੰ ਮਿਲਦੇ। ਮਾਂ ਇੱਕ ਵਾਰ ਤੋਂ ਫਿਰ ਬੋਲਣ ਲੱਗ ਜਾਂਦੀ ਤਾਂ ਆਪਣੇ ਮੂੰਹ ਵਿੱਚੋਂ ਮੇਰੇ ਬਾਰੇ ਬਹੁਤ ਜ਼ਿਆਦਾ ਭੈੜੇ ਭੈੜੇ ਸ਼ਬਦ ਬੋਲਦੀ, ਪਰ ਮੈਂ ਵੀ ਕਦੋਂ ਤੱਕ ਚੁੱਪ ਰਹਿ ਸਕਦੀ ਸੀ। ਇੱਕ ਦਿਨ ਜਦੋਂ ਮੈਨੂੰ ਬੁਰਾ ਭਲਾ ਕਹਿ ਰਹੀ ਸੀ ਤਾਂ ਮੈਂ ਉਸ ਨੂੰ ਸਾਰੀ ਗੱਲ ਸਾਫ਼-ਸਾਫ਼ ਦੱਸ ਦਿੱਤੀ, ਤੇ ਇਹ ਸੁਣ ਮੇਰੀ ਮਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਉਹ ਮੈਨੂੰ ਕਹਿਣ ਲੱਗੀ ਕਿ ਬੇਟਾ, ਮੈਨੂੰ ਮਾਫ਼ ਕਰ ਦੇ। ਮੈਨੂੰ ਤਾਂ ਪਤਾ ਨਹੀਂ ਸੀ ਤੇਰੇ ਬਾਰੇ ਕੀ ਗਲਤ ਸੋਚਦੀ ਰਹੀ। ਦਰਅਸਲ ਉਸ ਨੂੰ ਮੈਂ ਸਾਰੀ ਸੱਚਾਈ ਦੱਸ ਦਿੱਤੀ ਸੀ। ਮੈਂ ਉਸ ਨੂੰ ਦੱਸਿਆ ਸੀ ਕਿ ਮੈਂ ਮੁਰਦਿਆਂ ਦਾ ਪੋਸਟਮਾਰਟਮ ਕਰਨ ਦਾ ਕੰਮ ਕਰਦੀ ਹਾਂ, ਇਸ ਲਈ ਕਦੇ-ਕਦੇ ਮੇਰੇ ਕੱਪੜਿਆਂ ਨੂੰ ਖੂਨ ਵੀ ਲੱਗ ਜਾਂਦਾ ਸੀ।
ਤੇ ਜਿਸ ਆਦਮੀ ਨੇ ਮੈਨੂੰ ਆਪਣੇ ਨਾਲ ਕੰਮ ਤੇ ਰੱਖਿਆ ਸੀ ਉਹ ਇਹ ਕੰਮ ਪ੍ਰਾਈਵੇਟ ਕਰਦਾ ਸੀ। ਪਰ ਜਦੋਂ ਕਿਸੇ ਕੁੜੀ ਦਾ ਪੋਸਟਮਾਰਟਮ ਕਰਨਾ ਹੁੰਦਾ ਸੀ ਤਾਂ ਉਹ ਮੈਨੂੰ ਉਸ ਦੇ ਨਜ਼ਦੀਕ ਬਿਲਕੁਲ ਵੀ ਨਹੀਂ ਸੀ ਜਾਣ ਦਿੰਦਾ। ਕੁਆਰੀਆਂ ਕੁੜੀਆਂ ਦੇ ਪੋਸਟਮਾਰਟਮ ਲਈ ਉਹ ਇੱਕ ਦਿਨ ਜ਼ਿਆਦਾ ਲੈਂਦਾ ਸੀ। ਉਹ ਅਜਿਹਾ ਕਿਉਂ ਕਰਦਾ ਸੀ ਇਸ ਬਾਰੇ ਮੈਨੂੰ ਕੁਝ ਵੀ ਨਹੀਂ ਸੀ ਪਤਾ। ਮੈਂ ਤਾਂ ਸਿਰਫ ਉਸ ਦੀ ਅਸਿਸਟੈਂਟ ਸੀ। ਇੱਕ ਦਿਨ ਉਹ ਪੋਸਟਮਾਰਟਮ ਕਰ ਰਿਹਾ ਸੀ ਤਾਂ ਮੈਂ ਉਸ ਨੂੰ ਇਹ ਸਭ ਕਰਦਿਆਂ ਦੇਖ ਬਹੁਤ ਜ਼ਿਆਦਾ ਘਬਰਾ ਗਈ। ਤਾਂ ਉਹ ਮੈਨੂੰ ਕਹਿਣ ਲੱਗਾ ਕਿ ਜੇਕਰ ਤੈਨੂੰ ਇਹ ਕੰਮ ਚੰਗਾ ਨਹੀਂ ਲੱਗ ਰਿਹਾ ਜਾਂ ਫਿਰ ਤੈਨੂੰ ਇਸ ਕੰਮ ਤੋਂ ਡਰ ਲੱਗ ਰਿਹਾ ਹੈ ਤਾਂ ਤੂੰ ਇਹ ਕੰਮ ਛੱਡ ਕੇ ਜਾ ਸਕਦੀ ਹੈ। ਪਰ ਘਰ ਦੀ ਮਜਬੂਰੀ ਕਰਕੇ ਮੈਨੂੰ ਆਪਣਾ ਦਿਲ ਮਜ਼ਬੂਤ ਕਰਨਾ ਪਿਆ ਤੇ ਨਾਲੇ ਇਸ ਤੋਂ ਜ਼ਿਆਦਾ ਤਨਖਾਹ ਮੈਨੂੰ ਕਿਸੇ ਹੋਰ ਜਗ੍ਹਾ ਤੋਂ ਨਹੀਂ ਸੀ ਮਿਲ ਸਕਦੀ। ਉਸ ਆਦਮੀ ਦਾ ਨਾਮ ਰਵੀ ਸੀ, ਪਰ ਉਹ ਲੋਕਾਂ ਵਿੱਚ ਪਤਾ ਨਹੀਂ ਕਿਉਂ ਬਹੁਤ ਜ਼ਿਆਦਾ ਬਦਨਾਮ ਸੀ। ਲੋਕ ਉਸ ਨੂੰ ਬਹੁਤ ਬੁਰਾ ਆਦਮੀ ਕਹਿੰਦੇ ਸਨ, ਪਰ ਮੇਰੇ ਨਾਲ ਹਾਲੇ ਤੱਕ ਉਸ ਨੇ ਇਸ ਤਰ੍ਹਾਂ ਦੀ ਕੋਈ ਵੀ ਹਰਕਤ ਨਹੀਂ ਸੀ ਕੀਤੀ। ਇਸ ਗੱਲ ਤੋਂ ਮੈਂ ਵੀ ਹੈਰਾਨ ਸੀ ਕਿ ਉਹ ਆਦਮੀਆਂ ਦਾ ਪੋਸਟਮਾਰਟਮ ਕੁਝ ਹੀ ਘੰਟਿਆਂ ਵਿੱਚ ਕਰ ਦਿੰਦਾ ਸੀ, ਪਰ ਕੁਆਰੀਆਂ ਕੁੜੀਆਂ ਦੇ ਪੋਸਟਮਾਰਟਮ ਲਈ 2 ਦਿਨ ਕਿਉਂ ਲੈਂਦਾ ਸੀ। ਮੇਰੇ ਮਨ ਵਿੱਚ ਇਸ ਬਾਰੇ ਬਹੁਤ ਜ਼ਿਆਦਾ ਸਵਾਲ ਸਨ। ਉਸ ਦਾ ਸੁਭਾਅ ਥੋੜਾ ਸਖਤ ਹੋਣ ਕਰਕੇ ਮੈਂ ਉਸ ਨੂੰ ਕੁਝ ਪੁੱਛ ਵੀ ਨਹੀਂ ਸੀ ਸਕਦੀ। ਹੁਣ ਮੁਸੀਬਤ ਇਹ ਵੀ ਸੀ ਕਿ ਲੋਕਾਂ ਨੇ ਸਾਡੇ ਘਰ ਆ ਕੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਮੈਂ ਇਹ ਕੰਮ ਛੱਡ ਦੇਵਾਂ। ਇਸ ਤੋਂ ਬਾਅਦ ਇੱਕ ਦਿਨ ਮੇਰੇ ਮੰਗੇਤਰ ਦੀ ਮਾਂ ਜਾਨੀ ਕਿ ਮੇਰੀ ਹੋਣ ਵਾਲੀ ਸੱਸ ਆਈ ਤੇ ਮੇਰੀ ਮਾਂ ਨੂੰ ਕਹਿਣ ਲੱਗੀ ਕਿ ਤੂੰ ਆਪਣੀ ਧੀ ਨੂੰ ਕਿਹੜੇ ਕੰਮ ਲਗਾ ਦਿੱਤਾ। ਹੁਣ ਇਹ ਸਾਡੀ ਹੋਣ ਵਾਲੀ ਨੂੰਹ ਹੈ। ਉਹ ਮੇਰੀ ਮਾਂ ਨੂੰ ਕਹਿਣ ਲੱਗੀ ਕਿ ਮੈਂ ਇਹ ਕੰਮ ਛੱਡ ਦੇਵਾਂ, ਪਰ ਮੈਂ ਉਸ ਨੂੰ ਕਿਹਾ ਕਿ ਜੇਕਰ ਸਾਡੇ ਸਾਰੇ ਪਰਿਵਾਰ ਦਾ ਖਰਚਾ ਤੁਸੀਂ ਝੱਲ ਲਵੋਗੇ ਤਾਂ ਮੈਂ ਇਹ ਨੌਕਰੀ ਛੱਡਣ ਲਈ ਤਿਆਰ ਹਾਂ। ਇਹ ਸੁਣ ਉਹ ਚੁੱਪ ਹੋ ਗਈ। ਵੈਸੇ ਮੈਂ ਇਹ ਸਭ ਸਿਰਫ ਆਪਣੀ ਮਾਂ ਨੂੰ ਹੀ ਦੱਸਿਆ ਸੀ। ਮੇਰੇ ਸਹੁਰੇ ਘਰ ਇਹ ਗੱਲ ਕਿਵੇਂ ਪਹੁੰਚੀ ਇਸ ਬਾਰੇ ਮੈਨੂੰ ਨਹੀਂ ਸੀ ਪਤਾ। ਤੇ ਨਾਲ ਹੀ ਮੇਰੀ ਹੋਣ ਵਾਲੀ ਸੱਸ ਤਾਂ ਮੇਰੇ ਪਿਤਾ ਜੀ ਦੀ ਮੌਤ ਤੋਂ ਬਾਅਦ ਹੀ ਇਹ ਰਿਸ਼ਤਾ ਤੋੜਨ ਦੇ ਬਹਾਨੇ ਲੱਭ ਰਹੀ ਸੀ। ਇਸ ਤੋਂ ਬਾਅਦ ਮੈਨੂੰ ਮੇਰੇ ਮੰਗੇਤਰ ਦਾ ਵੀ ਫੋਨ ਆਇਆ ਤੇ ਉਹ ਕਹਿਣ ਲੱਗਿਆ ਕਿ ਜਿਸ ਆਦਮੀ ਨਾਲ ਤੂੰ ਕੰਮ ਕਰਦੀ ਹੈ ਉਹ ਆਦਮੀ ਸਾਰੇ ਇਲਾਕੇ ਵਿੱਚ ਬਹੁਤ ਜ਼ਿਆਦਾ ਬਦਨਾਮ ਹੈ। ਮੈਂ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ, ਇਸ ਲਈ ਤੂੰ ਇਹ ਕੰਮ ਛੱਡ ਦੇ। ਇਸ ਤੋਂ ਬਾਅਦ ਮੈਂ ਉਸ ਨੂੰ ਵੀ ਇਹ ਗੱਲ ਕਹੀ ਕਿ ਜੇਕਰ ਤੂੰ ਸਾਡੇ ਘਰ ਦਾ ਖਰਚਾ ਚੁੱਕ ਲਵੇਂਗਾ ਤਾਂ ਬੇਸ਼ੱਕ ਮੈਂ ਇਹ ਕੰਮ ਛੱਡ ਦਿੰਦੀ ਹਾਂ। ਪਰ ਮੇਰੇ ਇੰਨਾ ਕਹਿੰਦਿਆਂ ਸਾਰੇ ਹੀ ਉਹ ਚੁੱਪ ਹੋ ਗਿਆ ਸੀ। ਇੱਕ ਦਿਨ ਮੈਂ ਜਿਵੇਂ ਹੀ ਆਪਣੇ ਕੰਮ ਤੇ ਗਈ ਤਾਂ ਉਸ ਆਫਿਸ ਵਿੱਚ ਇੱਕ ਆਦਮੀ ਨੂੰ ਦੇਖਿਆ ਜੋ ਕਿ ਰਵੀ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਕੋਲ ਇੰਨੇ ਪੈਸੇ ਦੇਖ ਕੇ ਮੇਰੀਆਂ ਤਾਂ ਅੱਖਾਂ ਹੀ ਟੱਡੀਆਂ ਰਹਿ ਗਈਆਂ ਤੇ ਇਹ ਸਭ ਮੈਨੂੰ ਸ਼ੀਸ਼ੇ ਵਿੱਚੋਂ ਧੁੰਦਲਾ ਜਿਹਾ ਦਿਖਾਈ ਦੇ ਰਿਹਾ ਸੀ, ਕਿਉਂਕਿ ਆਫਿਸ ਦੇ ਕਮਰੇ ਦਾ ਉਹ ਗੇਟ ਅੰਦਰੋਂ ਬੰਦ ਸੀ। ਇਹ ਸਭ ਦੇਖ ਰਵੀ ਤੇ ਮੇਰਾ ਸ਼ੱਕ ਕਰਨਾ ਸੁਭਾਵਿਕ ਸੀ। ਮੈਂ ਇਹ ਸਭ ਦੇਖ ਕੇ ਅੱਗੇ ਲੰਘ ਗਈ ਤੇ ਹਰ ਰੋਜ਼ ਦੀ ਤਰ੍ਹਾਂ ਆਪਣਾ ਕੰਮ ਕਰਨ ਲੱਗੀ। ਮੈਨੂੰ ਇਹ ਕੰਮ ਕਰਦਿਆਂ ਹੁਣ 1 ਸਾਲ ਦੇ ਕਰੀਬ ਹੋ ਚੁੱਕਿਆ ਸੀ। ਇੱਕ ਦਿਨ ਜਦੋਂ ਮੈਂ ਕੰਮ ਤੇ ਗਈ, ਉੱਥੇ ਇੱਕ ਕੁਆਰੀ ਕੁੜੀ ਦੇ ਪੋਸਟਮਾਰਟਮ ਦਾ ਕੇਸ ਆਇਆ ਹੋਇਆ ਸੀ। ਜਦੋਂ ਮੈਂ ਉਸ ਰਵੀ ਨਾਮ ਦੇ ਆਦਮੀ ਨੂੰ ਕਿਹਾ ਕਿ ਇਸ ਦਾ ਪੋਸਟਮਾਰਟਮ ਮੈਂ ਕਰ ਦਿੰਦੀ ਹਾਂ ਤਾਂ ਉਸਨੇ ਮੇਰੀ ਬਾਂਹ ਫੜ ਕੇ ਮੈਨੂੰ ਪਾਸੇ ਕਰ ਦਿੱਤਾ ਤੇ ਕਹਿਣ ਲੱਗਾ ਕਿ ਇਹ ਸਭ ਤਾਂ ਮੈਂ ਹੀ ਕਰਾਂਗਾ, ਤੂੰ ਬਾਹਰ ਚਲੀ ਜਾ। ਉਸ ਦੀ ਗੱਲ ਸੁਣ ਕੇ ਮੈਂ ਬਹੁਤ ਜ਼ਿਆਦਾ ਹੀ ਹੈਰਾਨ ਸੀ। ਮੈਂ ਕੁਝ ਬੋਲ ਵੀ ਨਹੀਂ ਸੀ ਸਕਦੀ, ਇਸ ਲਈ ਮੈਂ ਚੁੱਪਚਾਪ ਬਾਹਰ ਚਲੀ ਗਈ। ਮੈਨੂੰ ਅੱਜ ਵੀ ਯਾਦ ਹੈ ਕਿ ਉਸ ਕੁੜੀ ਦੇ ਪੋਸਟਮਾਰਟਮ ਤੇ ਉਸਨੇ 3 ਦਿਨ ਲਾਏ ਸਨ। ਮੈਂ ਇਹੀ ਸੋਚਦੀ ਰਹਿੰਦੀ ਸੀ ਕਿ ਆਖਿਰ ਕੁਆਰੀਆਂ ਕੁੜੀਆਂ ਦੇ ਪੋਸਟਮਾਰਟਮ ਲਈ ਉਹ ਇੰਨਾ ਸਮਾਂ ਕਿਉਂ ਲੈਂਦਾ ਸੀ। ਜਦੋਂ ਦੀ ਮੈਂ ਇਹ ਕੰਮ ਤੇ ਲੱਗੀ ਸੀ ਤਾਂ ਮੈਨੂੰ ਰਾਤ ਨੂੰ ਬਹੁਤ ਭੈੜੇ ਸੁਪਨੇ ਆਉਂਦੇ ਸਨ, ਪਰ ਇਸ ਬਾਰੇ ਮੈਂ ਘਰ ਵਿੱਚ ਕਿਸੇ ਨਾਲ ਕੋਈ ਵੀ ਗੱਲ ਨਾ ਕੀਤੀ। ਇੱਕ ਦਿਨ ਮੇਰੀ ਛੋਟੀ ਭੈਣ ਸਕੂਲੋਂ ਘਰ ਆਈ ਤਾਂ ਉਸ ਦੇ ਕੋਲ ਇੱਕ ਮੋਬਾਈਲ ਸੀ। ਜਦੋਂ ਮੈਂ ਉਸ ਨੂੰ ਇਸ ਬਾਰੇ ਪੁੱਛਿਆ ਕਿ ਇਹ ਮੋਬਾਈਲ ਤੇਰੇ ਕੋਲ ਕਿੱਥੋਂ ਆਇਆ ਤਾਂ ਉਹ ਕਹਿਣ ਲੱਗੀ ਕਿ ਇਹ ਮੋਬਾਈਲ ਮੈਨੂੰ ਰਸਤੇ ਵਿੱਚ ਡਿੱਗਿਆ ਹੋਇਆ ਮਿਲਿਆ ਹੈ। ਉਸ ਮੋਬਾਈਲ ਦੀ ਹਾਲਤ ਵੀ ਕੋਈ ਅਜਿਹੀ ਸੀ, ਇਸ ਲਈ ਮੈਂ ਉਸ ਗੱਲ ਨੂੰ
ਇਗਨੋਰ ਕਰ ਦਿੱਤਾ। ਮੇਰੀ ਮਾਂ ਮੇਰੀ ਭੈਣ ਨੂੰ ਮੇਰੇ ਨਾਲੋਂ ਬਹੁਤ ਜ਼ਿਆਦਾ ਪਿਆਰ ਕਰਦੀ ਸੀ। ਇਸ ਦਾ ਕਾਰਨ ਇਹ ਵੀ ਸੀ ਕਿਉਂਕਿ ਉਹ ਬਚਪਨ ਵਿੱਚ ਬਹੁਤ ਜ਼ਿਆਦਾ ਬਿਮਾਰ ਰਹਿੰਦੀ ਸੀ ਤੇ ਇੱਕ ਵਾਰ ਤਾਂ ਮੌਤ ਦੇ ਮੂੰਹ ਵਿੱਚੋਂ ਵਾਪਸ ਆਈ ਸੀ। ਦੇਖਦਿਆਂ ਉਸਨੇ ਮੈਟ੍ਰਿਕ ਪਾਸ ਕਰ ਲਈ ਤੇ ਇਸ ਤੋਂ ਬਾਅਦ ਮੈਂ ਉਸ ਨੂੰ ਸਿਲਾਈ ਕਢਾਈ ਦੇ ਕੰਮ ਤੇ ਲਗਾ ਦਿੱਤਾ। ਉਹ ਸਵੇਰੇ ਉੱਠ ਜਾਂਦੀ ਤੇ ਸ਼ਾਮ ਨੂੰ ਵਾਪਸ ਆਉਂਦੀ। ਮੇਰੀ ਤਨਖਾਹ ਨਾਲ ਸਾਡੇ ਘਰ ਦਾ ਗੁਜ਼ਾਰਾ ਬਹੁਤ ਜ਼ਿਆਦਾ ਵਧੀਆ ਹੋਣ ਲੱਗਿਆ ਸੀ। ਇੱਕ ਦਿਨ ਫਿਰ ਮੇਰੇ ਮੰਗੇਤਰ ਦਾ ਫੋਨ ਆਇਆ। ਉਹ ਮੈਨੂੰ ਕਹਿਣ ਲੱਗਿਆ ਕਿ ਤੂੰ ਇਹ ਕੰਮ ਛੱਡ ਦੇ ਤਾਂ ਮੈਂ ਤੇਰੇ ਨਾਲ ਵਿਆਹ ਕਰਵਾ ਲਵਾਂਗਾ। ਮੈਂ ਉਸ ਨੂੰ ਕਿਹਾ ਕਿ ਜਦੋਂ ਤੇਰੀ ਮਾਂ ਨੇ ਹੀ ਰਿਸ਼ਤਾ ਤੋੜ ਦਿੱਤਾ ਹੈ ਫਿਰ ਉਹ ਸਾਡੇ ਵਿਚਕਾਰ ਕੀ ਰਹਿ ਗਿਆ ਹੈ। ਉਹ ਮੈਨੂੰ ਤਰ੍ਹਾਂ ਦੇ ਲਾਲਚ ਦੇਣ ਲੱਗਾ, ਪਰ ਮੈਨੂੰ ਪਤਾ ਸੀ ਕਿ ਉਹ ਆਪਣੀ ਮਾਂ ਦੇ ਇਸ਼ਾਰਿਆਂ ਤੇ ਨੱਚਦਾ ਸੀ। ਉਹ ਸਿਰਫ ਗੱਲਾਂ ਵਾਲਾ ਹੀ ਸੀ, ਕਰ ਕੁਝ ਵੀ ਨਹੀਂ ਸਕਦਾ ਸੀ। ਇੱਕ ਦਿਨ ਮੈਂ ਆਪਣੇ ਕੰਮ ਤੇ ਗਈ ਹੋਈ ਸੀ ਤਾਂ ਮੇਰੀ ਮਾਂ ਨੇ ਮੈਨੂੰ 5 ਵਾਰ ਫੋਨ ਕੀਤਾ, ਪਰ ਕੰਮ ਵਿੱਚ ਬਿਜੀ ਹੋਣ ਕਰਕੇ ਮੈਂ ਫੋਨ ਚੁੱਕ ਨਾ ਸਕੀ। ਕੰਮ ਨਿਬੇੜ ਕੇ ਜਿਵੇਂ ਹੀ ਮੈਂ ਆਪਣਾ ਫੋਨ ਦੇਖਿਆ ਤਾਂ ਮਾਂ ਦੀਆਂ 5 ਮਿਸ ਕਾਲਾਂ ਦੇਖ ਕੇ ਮੈਂ ਘਬਰਾ ਗਈ। ਮੈਂ ਸੋਚ ਰਹੀ ਸੀ ਕਿ ਛੋਟੇ-ਮੋਟੇ ਕੰਮਾਂ ਖਾਤਰ ਤਾਂ ਮਾਂ ਮੇਰੀ ਨੇ ਮੈਨੂੰ ਕਦੇ ਵੀ ਫੋਨ ਨਹੀਂ ਕੀਤਾ, ਫਿਰ ਅੱਜ ਇਸ ਤਰ੍ਹਾਂ ਫੋਨ ਕਿਉਂ ਕੀਤਾ। ਮੈਂ ਜਲਦੀ ਨਾਲ ਆਪਣੀ ਮਾਂ ਨੂੰ ਫੋਨ ਲਗਾਇਆ ਤੇ ਉਸ ਨੂੰ ਪੁੱਛਿਆ ਕਿ ਮਾਂ, ਘਰ ਸਭ ਠੀਕ ਠਾਕ ਤਾਂ ਹੈ ਨਾ। ਤਾਂ ਉਸਨੇ ਦੱਸਿਆ ਕਿ ਤੇਰੀ ਛੋਟੀ ਭੈਣ ਸਵੇਰ ਦੀ ਗਈ ਹੋਈ ਹੈ ਪਰ ਹਾਲੇ ਤੱਕ ਘਰ ਨਹੀਂ ਆਈ। ਇਹ ਸਭ ਸੁਣ ਕੇ ਮੈਂ ਬਹੁਤ ਜ਼ਿਆਦਾ ਘਬਰਾ ਗਈ ਤੇ ਮੈਂ ਆਪਣੇ ਕੰਮ ਤੋਂ ਛੁੱਟੀ ਲੈ ਕੇ ਵਾਪਸ ਆ ਗਈ। ਅਸੀਂ ਆਪਣੇ ਕੁਝ ਰਿਸ਼ਤੇਦਾਰਾਂ ਨੂੰ ਬੁਲਾਇਆ ਤੇ ਮੇਰੀ ਭੈਣ ਨੂੰ ਲੱਭਣ ਲੱਗੇ। ਸ਼ਾਮ ਤੋਂ ਸਵੇਰ ਤੇ ਸਵੇਰ ਤੋਂ ਸ਼ਾਮ ਹੋ ਚੁੱਕੀ ਸੀ, ਪਰ ਮੇਰੀ ਭੈਣ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ। ਸਾਡੇ ਰਿਸ਼ਤੇਦਾਰ ਸਾਡੀ ਮਦਦ ਤਾਂ ਜ਼ਰੂਰ ਕਰ ਰਹੇ ਸਨ, ਪਰ ਨਾਲ-ਨਾਲ ਮੇਰੀ ਭੈਣ ਬਾਰੇ ਕੁਝ ਗਲਤ ਗੱਲਾਂ ਵੀ ਕਰ ਰਹੇ ਸਨ। ਉਹ ਕਹਿ ਰਹੇ ਸਨ ਕਿ ਪਿਤਾ ਦੀ ਮੌਤ ਤੋਂ ਬਾਅਦ ਇਸ ਨੂੰ ਰੋਕਣ ਵਾਲਾ ਕੋਈ ਨਹੀਂ ਸੀ ਰਹਾ, ਇਸ ਕਰਕੇ ਹੋ ਸਕਦਾ ਕਿ ਇਹ ਕਿਸੇ ਨਾਲ ਭੱਜ ਗਈ ਹੋਵੇ। ਅਸੀਂ ਪੁਲਿਸ ਰਿਪੋਰਟ ਕੀਤੀ। ਪੁਲਿਸ ਨੇ ਜੋ ਖੁਲਾਸਾ ਕੀਤਾ ਉਹ ਸਭ ਦੇਖ ਤਾਂ ਮੈਂ ਅੰਦਰੋਂ ਟੁੱਟ ਚੁੱਕੀ ਸੀ। ਪੁਲਿਸ ਨੇ ਇੱਕ ਲਾਸ਼ ਬਰਾਮਦ ਕੀਤੀ ਤੇ ਸਾਨੂੰ ਕਿਹਾ ਗਿਆ ਕਿ ਤੁਸੀਂ ਇਸ ਦੀ ਪਛਾਣ ਕਰੋ, ਪਰ ਮੇਰੀ ਮਾਂ ਮੇਰਾ ਹੱਥ ਫੜ ਕੇ ਮੈਨੂੰ ਕਹਿਣ ਲੱਗੀ ਕਿ ਆਪਾਂ ਨਹੀਂ ਜਾਣਾ, ਉਹ ਮੇਰੀ ਬੇਟੀ ਹੋ ਹੀ ਨਹੀਂ ਸਕਦੀ, ਪਰ ਜਾਣਾ ਤਾਂ ਪੈਣਾ ਸੀ। ਜਿਵੇਂ ਹੀ ਮੈਂ ਜਾ ਕੇ ਦੇਖਿਆ ਤਾਂ ਸੱਚਮੁੱਚ ਉਹ ਮੇਰੀ ਭੈਣ ਹੀ ਸੀ ਤੇ ਉਸ ਕੋਲੋਂ ਉਹ ਮੋਬਾਈਲ ਵੀ ਬਰਾਮਦ ਹੋਇਆ ਸੀ ਜੋ ਕਿ ਅਕਸਰ ਹੀ ਉਸ ਦੇ ਕੋਲ ਹੁੰਦਾ ਸੀ। ਪੁਲਿਸ ਦਾ ਕਹਿਣਾ ਸੀ ਕਿ ਕਿਸੇ ਮੁੰਡੇ ਨੇ ਇਸ ਨੂੰ ਇੱਥੇ ਸੁਨਸਾਨ ਜਗ੍ਹਾ ਤੇ ਮਿਲਣ ਲਈ ਬੁਲਾਇਆ ਹੋਵੇਗਾ ਤੇ ਬਾਅਦ ਵਿੱਚ ਉਸ ਦਾ ਕਿਸੇ ਗੱਲ ਕਰਕੇ ਕਤਲ ਕਰ ਦਿੱਤਾ ਹੋਵੇਗਾ। ਉਸ ਮੋਬਾਈਲ ਵਿੱਚ ਜਿਸ ਮੁੰਡੇ ਦਾ ਨੰਬਰ ਸੀ, ਉਸ ਨੰਬਰ ਦੇ ਆਧਾਰ ਤੇ ਛਾਣਬੀਨ ਕੀਤੀ ਗਈ ਤੇ ਉਸ ਮੁੰਡੇ ਨੂੰ ਦਬੋਚ ਲਿਆ ਗਿਆ। ਤੇ ਮੇਰੇ ਲਈ ਹੈਰਾਨੀ ਦੀ ਗੱਲ ਇਹ ਸੀ ਕਿ ਉਸ ਮੁੰਡੇ ਦੀ ਉਮਰ ਬਹੁਤ ਜ਼ਿਆਦਾ ਛੋਟੀ ਸੀ ਤੇ ਕਿ ਉਹ ਮੋਬਾਈਲ ਵੀ ਮੇਰੀ ਭੈਣ ਨੂੰ ਉਸਨੇ ਹੀ ਦਿੱਤਾ ਸੀ। ਉਸਨੇ ਆਪਣਾ ਗੁਨਾਹ ਕਬੂਲ ਕਰ ਲਿਆ ਸੀ ਤੇ ਹੁਣ ਵਾਰੀ ਸੀ ਮੇਰੀ ਭੈਣ ਦੇ ਪੋਸਟਮਾਰਟਮ ਦੀ, ਜੋ ਕਿ ਮੇਰੇ ਹੀ ਦਫ਼ਤਰ ਵਿੱਚ ਹੋਣਾ ਸੀ। ਜਿਵੇਂ ਹੀ ਮੇਰੀ ਭੈਣ ਨੂੰ ਪੋਸਟਮਾਰਟਮ ਲਈ ਮੇਰੇ ਦਫ਼ਤਰ ਵਿੱਚ ਲਿਆਂਦਾ ਗਿਆ ਤਾਂ ਮੈਂ ਰਵੀ ਨੂੰ ਕਿਹਾ ਕਿ ਇਸ ਦਾ ਪੋਸਟਮਾਰਟਮ ਮੈਂ ਕਰਾਂਗੀ। ਤਾਂ ਉਹ ਗੁੱਸੇ ਵਿੱਚ ਆਇਆ ਤੇ ਉਸਨੇ ਕਿਹਾ ਕਿ ਕੁੜੀਆਂ ਦਾ ਪੋਸਟਮਾਰਟਮ ਉਹ ਪਹਿਲਾਂ ਵੀ ਆਪ ਹੀ ਕਰਦਾ ਸੀ ਤੇ ਹੁਣ ਵੀ ਆਪ ਹੀ ਕਰੇਗਾ। ਜਦੋਂ ਉਸਨੇ ਪੋਸਟਮਾਰਟਮ ਦਾ ਕੰਮ ਪੂਰਾ ਕਰ ਲਿਆ ਤਾਂ ਉਹ ਮੈਨੂੰ ਫੋਨ ਕਰਕੇ ਇਸ ਬਾਰੇ ਦੱਸ ਦੇਵੇਗਾ। ਉਹ ਮੈਨੂੰ ਕਹਿਣ ਲੱਗਾ ਕਿ ਤੂੰ ਆਪਣੇ ਘਰ ਜਾ ਤੇ ਆਪਣੀ ਮਾਂ ਨੂੰ ਤਸੱਲੀ ਦੇ। ਮੈਂ ਆਪਣੀ ਭੈਣ ਨੂੰ ਤਾਂ ਗਵਾ ਲਿਆ ਸੀ, ਪਰ ਆਪਣੀ ਨੌਕਰੀ ਨਹੀਂ ਸੀ ਗਵਾਉਣਾ ਚਾਹੁੰਦੀ, ਇਸ ਲਈ ਮੈਂ ਚੁੱਪਚਾਪ ਘਰ ਆ ਗਈ। ਔਖੇ ਸੌਖਿਆਂ ਰਾਤ ਤਾਂ ਲੰਘ ਗਈ, ਪਰ ਮੇਰੇ ਮਨ ਵਿੱਚ ਭੈੜੇ ਖਿਆਲ ਆ ਰਹੇ ਸਨ। ਅਗਲੇ ਦਿਨ ਸਵੇਰੇ ਹੀ ਮੈਂ ਇਹ ਫੈਸਲਾ ਕੀਤਾ ਕਿ ਮੈਂ ਆਪਣੀ ਭੈਣ ਨੂੰ ਇੱਕ ਵਾਰ ਜਾ ਕੇ ਜ਼ਰੂਰ ਦੇਖਾਂ, ਪਰ ਮੈਂ ਇਹ ਵੀ ਨਹੀਂ ਸੀ ਚਾਹੁੰਦੀ ਕਿ ਇਸ ਬਾਰੇ ਰਵੀ ਨੂੰ ਪਤਾ ਲੱਗੇ, ਇਸ ਲਈ ਮੈਂ ਉਸ ਦੀ ਪਿਛਲੀ ਵਾਰੀ ਵਿੱਚੋਂ ਇਹ ਸਭ ਕੁਝ ਦੇਖਣਾ ਚਾਹੁੰਦੀ ਸੀ। ਮੈਂ ਜਿਵੇਂ ਹੀ ਆਫਿਸ ਪਹੁੰਚੀ ਤੇ ਉਸ ਦੀ ਪਿਛਲੀ ਵਾਰੀ ਥਾਣੀ ਰਵੀ ਨੂੰ ਮੇਰੀ ਭੈਣ ਦਾ ਪੋਸਟਮਾਰਟਮ ਕਰਦਿਆਂ ਦੇਖਿਆ
ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੇਰੇ ਮੋਢੇ ਤੇ ਪਿੱਛੋਂ ਦੀ ਕਿਸੇ ਨੇ ਹੱਥ ਰੱਖਿਆ ਤੇ ਉਸ ਤੋਂ ਬਾਅਦ ਮੇਰਾ ਮੂੰਹ ਘੁੱਟ ਲਿਆ। ਮੈਂ ਦੇਖਿਆ ਕਿ ਉਹ ਤਾਂ ਮੇਰਾ ਮੰਗੇਤਰ ਸੀ। ਉਹ ਮੈਨੂੰ ਕਹਿਣ ਲੱਗਾ ਕਿ ਤੂੰ ਇੱਥੇ ਕੀ ਕਰ ਰਹੀ ਹੈ? ਤਾਂ ਮੈਂ ਉਸਨੂੰ ਇਸ ਬਾਰੇ ਸਾਰੀ ਸੱਚਾਈ ਦੱਸੀ। ਇੰਨੇ ਟਾਈਮ 'ਚ ਰਵੀ ਨੇ ਵੀ ਸਾਨੂੰ ਦੋਹਾਂ ਨੂੰ ਦੇਖ ਲਿਆ ਤੇ ਅਸੀਂ ਦੋਵੇਂ ਆਫਿਸ ਵਿੱਚ ਚਲੇ ਗਏ। ਰਵੀ ਮੈਨੂੰ ਕਹਿਣ ਲੱਗਿਆ ਕਿ ਤੂੰ ਕੀ ਦੇਖ ਰਹੀ ਸੀ? ਇਹੀ ਨਾ ਕਿ ਮੈਂ ਤੇਰੀ ਭੈਣ ਨਾਲ ਕੁਝ ਗਲਤ ਤਾਂ ਨਹੀਂ ਕਰ ਰਿਹਾ ਸੀ, ਤੇ ਤੂੰ ਮੇਰੇ ਬਾਰੇ ਇਹ ਵੀ ਜਾਣਨਾ ਚਾਹੁੰਦੀ ਹੈ ਕਿ ਮੈਂ ਲੋਕਾਂ ਵਿੱਚ ਇੰਨਾ ਬਦਨਾਮ ਕਿਉਂ ਹਾਂ? ਤਾਂ ਅੱਜ ਮੈਂ ਤੈਨੂੰ ਸਾਰੀ ਸੱਚਾਈ ਦੱਸਾਂਗਾ। ਤਾਂ ਉਹ ਕਹਿਣ ਲੱਗਾ ਕਿ ਤੇਰੀ ਭੈਣ ਦੀ ਉਮਰ ਦੀ ਮੇਰੀ ਵੀ ਇੱਕ ਬੇਟੀ ਸੀ, ਉਸ ਨਾਲ ਵੀ ਇਹ ਸਭ ਹੋਇਆ ਸੀ ਜੋ ਕਿ ਤੇਰੀ ਭੈਣ ਨਾਲ ਹੋਇਆ ਹੈ। ਪਰ ਮੇਰੀ ਬੇਟੀ ਨੂੰ ਇਨਸਾਫ ਨਹੀਂ ਮਿਲਿਆ ਸੀ, ਕਿਉਂਕਿ ਮੇਰੀ ਬੇਟੀ ਦੇ ਦੋਸ਼ੀਆਂ ਨੇ ਉਸ ਦੇ ਪੋਸਟਮਾਰਟਮ ਕਰਨ ਵਾਲੇ ਨੂੰ ਮੋਟੀ ਰਿਸ਼ਵਤ ਦਿੱਤੀ ਸੀ, ਜਿਸ ਕਾਰਨ ਉਸਨੇ ਇੱਕ ਝੂਠੀ ਰਿਪੋਰਟ ਬਣਾਈ ਸੀ। ਇਸ ਤੋਂ ਬਾਅਦ ਮੈਂ ਇਹ ਫੈਸਲਾ ਕੀਤਾ ਕਿ ਇਹ ਪੋਸਟਮਾਰਟਮ ਵਾਲਾ ਕੰਮ ਮੈਂ ਆਪਣੇ ਵੱਲੋਂ ਸ਼ੁਰੂ ਕਰਾਂਗਾ ਤੇ ਮੈਂ ਹਰ ਇੱਕ ਕੁਆਰੀ ਕੁੜੀ ਨੂੰ ਆਪਣੀ ਬੇਟੀ ਸਮਝ ਕੇ ਉਸ ਦਾ ਪੋਸਟਮਾਰਟਮ ਬੜੇ ਧਿਆਨ ਨਾਲ ਕਰਦਾ ਹਾਂ, ਤਾਂ ਕਿ ਕਿਸੇ ਦੀ ਧੀ ਭੈਣ ਨਾਲ ਕੋਈ ਨਾਇਨਸਾਫੀ ਨਾ ਹੋਵੇ। ਰਿਸ਼ਵਤ ਦੀਆਂ ਆਫਰਾਂ ਤਾਂ ਮੈਨੂੰ ਵੀ ਬਹੁਤ ਜ਼ਿਆਦਾ ਆਉਂਦੀਆਂ ਨੇ, ਪਰ ਮੈਂ ਅੱਜ ਤੱਕ ਇੱਕ ਪੈਸੇ ਦੀ ਵੀ ਰਿਸ਼ਵਤ ਨਹੀਂ ਲਈ। ਸ਼ਾਇਦ ਇਸੇ ਲਈ ਲੋਕ ਮੈਨੂੰ ਬਦਨਾਮ ਕਰਦੇ ਨੇ। ਵੈਸੇ ਵੀ ਹੁਣ ਮੈਨੂੰ ਲੋਕਾਂ ਦੀ ਕੋਈ ਪਰਵਾਹ ਨਹੀਂ, ਕਿਉਂਕਿ ਲੋਕ ਹਮੇਸ਼ਾ ਚੰਗੇ ਇਨਸਾਨ ਨੂੰ ਹੀ ਬੁਰਾ ਬਣਾ ਦਿੰਦੇ ਨੇ। ਉਸ ਦੀਆਂ ਇਹ ਗੱਲਾਂ ਸੁਣ ਮੇਰੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਸੀ ਰੁਕ ਰਹੇ। ਮੈਨੂੰ ਤਾਂ ਅੱਜ ਪਤਾ ਲੱਗਿਆ ਸੀ ਕਿ ਉਹ ਤਾਂ ਇੱਕ ਧੀ ਦੇ ਦੁੱਖਾਂ ਦਾ ਮਾਰਿਆ ਹੋਇਆ ਬਾਪ ਸੀ। ਇਸ ਤੋਂ ਬਾਅਦ ਅਸੀਂ ਦੋਵੇਂ ਘਰ ਆ ਗਏ ਤੇ ਉਸ ਮੁੰਡੇ ਨੂੰ ਵੀ ਮੇਰੀ ਭੈਣ ਦੇ ਕਤਲ ਦੇ ਜੁਰਮ ਵਿੱਚ ਸਜ਼ਾ ਹੋ ਗਈ। ਉਸ ਤੋਂ ਬਾਅਦ ਮੇਰੇ ਮੰਗੇਤਰ ਨੇ ਵੀ ਆਪਣੀ ਮਾਂ ਦੇ ਖਿਲਾਫ ਜਾ ਕੇ ਮੇਰੇ ਨਾਲ ਵਿਆਹ ਕਰਵਾ ਲਿਆ। ਉਸ ਦੀ ਮਾਂ ਰੌਲਾ ਪਾਉਂਦੀ ਰਹੀ, ਪਰ ਉਸਨੇ ਉਸ ਦੀ ਇੱਕ ਨਾ ਸੁਣੀ। ਉਸ ਨੂੰ ਵੀ ਮੇਰੇ ਸਹੀ ਹੋਣ ਦਾ ਅਹਿਸਾਸ ਹੋ ਚੁੱਕਾ ਸੀ। ਮੈਂ ਅੱਜ ਵੀ ਉੱਥੇ ਹੀ ਕੰਮ ਕਰਦੀ ਹਾਂ ਤੇ ਉਸ ਤੋਂ ਬਾਅਦ ਕਦੇ ਵੀ ਮੇਰੇ ਪਤੀ ਨੇ ਮੈਨੂੰ ਮੇਰੇ ਕੰਮ ਤੋਂ ਨਹੀਂ ਰੋਕਿਆ। ਪਰ ਅੱਜ ਵੀ ਮੈਨੂੰ ਆਪਣੀ ਭੈਣ ਦੀ ਬਹੁਤ ਯਾਦ ਆਉਂਦੀ ਹੈ। ਸੋ ਦੋਸਤੋ, ਤੁਸੀਂ ਇਸ ਕਹਾਣੀ ਬਾਰੇ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸਾਂਝੇ ਕਰਿਓ। ਜੇਕਰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ, ਸ਼ੇਅਰ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਨਾ। ਧੰਨਵਾਦ।